ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਭਾਸ਼ਾ ਦੀ ਤਰਾਸਦੀ ਕਹਿ ਲਓ ਜਾਂ ਇੱਕ ਮੰਦਭਾਗੀ ਜਿਹੜੀ ਘਟਨਾ ਕਹਿ ਲਓ ਕਿ ਵੀ ਜਿਹੜਾ ਸਾਡੀ ਪੰਜਾਬ ਦੇ ਵਿੱਚੋਂ ਸਾਡੀ ਪੰਜਾਬੀਅਤ ਹੈਗੀ ਹੈ, ਜਿਹੜੀ ਪੰਜਾਬੀ ਗੁੰਮਦੀ ਜਾ ਰਹੀ ਹੈ। ਤੇ ਖਾਸ ਕਰਕੇ ਜੇ ਅਸੀਂ ਸਟੂਡੈਂਟ ਲੈਵਲ ਦੀ ਗੱਲ ਕਰੀਏ ਤਾਂ ਜਿਹੜੀ ਪੰਜਾਬੀ ਭਾਸ਼ਾ ਹੈਗੀ ਆ ਉਹ ਦਿਨੋਂ ਦਿਨ ਸ਼ਾਇਦ PCS UPSC ਜਿਹੜੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਵੀ ਪੰਜਾਬੀ ਦਾ ਸਬਜੈਕਟ ਅਡਾਪਟ ਨਹੀਂ ਕਰਨਾ ਚਾਹੁੰਦੇ। ਕਿਉਂ ਨਹੀਂ ਕਰਨਾ ਚਾਹੁੰਦੇ? ਪੰਜਾਬੀ ਦਾ ਸਗੋਂ ਬਹੁਤ ਸੌਖੀ ਭਾਸ਼ਾ ਹੈ। ਇਹਦੇ ਵਿੱਚ ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਪੇਪਰ ਦੇ ਸਕਦੇ ਹਾਂ। ਤੇ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਵੀ ਸਾਡੇ ਪੰਜਾਬ ਦੇ ਵਿੱਚੋਂ ਜਿਹੜੀ ਪੰਜਾਬੀ ਹੈਗੀ ਹੈ ਕਿੰਨੇ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ। ਪੰਜਾਬੀ ਬੋਲਚਾਲ ਦੀ ਭਾਸ਼ਾ, ਲਿਖਤੀ ਭਾਸ਼ਾ, ਠੀਕ ਹੈ। ਹੋਰ ਵੀ ਬੜੀਆਂ ਭਾਸ਼ਾਵਾਂ ਹੁੰਦੀਆਂ ਨੇ ਪੰਜਾਬੀ ਦੇ ਵਿੱਚ ਜਿਹੜੀਆਂ ਕਿ ਸ਼ਾਇਦ ਸਾਨੂੰ ਨਹੀਂ ਪਤਾ, ਕਿਉਂਕਿ ਸਾਨੂੰ ਐਂ ਲੱਗਦਾ ਹੈ ਕਿ ਵੀ ਜਿਹੜੀ ਪੰਜਾਬੀ ਲੈਂਗੁਏਜ ਹੈਗੀ ਹੈ ਜਾਂ ਪੰਜਾਬੀ ਭਾਸ਼ਾ ਹੈਗੀ ਹੈ ਬਹੁਤ ਸੌਖੀ ਹੈ, ਹਰ ਇੱਕ ਕੋਈ ਕਰ ਸਕਦਾ ਹੈ ਹਰ ਇੱਕ ਕੋਈ। ਪਰ ਜਦੋਂ ਕਰ ਸਕਦਾ ਪਰ ਜਦੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਇਹਨਾਂ ਨੂੰ ਆਪਣੇ ਪੇਪਰ ਨੂੰ ਕਰੈਕ ਨਹੀਂ ਕਰ ਸਕਦੇ ਹੈਗੇ ਤੇ ਫਿਰ ਉਸ ਤੋਂ ਵੱਧ ਮਾੜੀ ਸਾਡੇ ਲਈ ਕਿਹੜੀ ਗੱਲ ਹੋਊਗੀ। ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ 1972 ਦੇ ਵਿੱਚ 1972 ਦੇ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ 7 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਸੀਗੀ। ਉਸ ਤੋਂ ਪਹਿਲਾਂ ਭਾਈ ਵੀਰ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਇਸ ਕਮੇਟੀ ਦੇ ਮੈਂਬਰ ਪਹਿਲਾਂ ਰਹੇ ਨੇ ਤੇ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਦੇ ਵਿੱਚ ਤਰਮੀਮਾਂ ਕੀਤੀਆਂ ਸੀ। ਉਹ ਤਰਮੀਮਾਂ ਜਿਹੜੀਆਂ ਹੈਗੀਆਂ ਸੀਗੀਆਂ ਸਾਡੀ ਮੰਦਭਾਗੀ, ਸਾਡੀ ਕਿਸਮਤ ਮਾੜੀ ਕਹਿ ਲਓ ਜੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਸਾਡੇ ਕੋਲ ਉਹ ਜਿਹੜੀਆਂ ਤਰਮੀਮਾਂ ਸੀ ਉਹ ਹਾਲੇ ਤੱਕ ਪਹੁੰਚੀਆਂ ਹੀ ਨਹੀਂ। ਅੰਗਰੇਜ਼ੀ ਦੇ ਜਿਹੜੇ ਅਧਿਆਪਕ ਨੇ ਉਹ ਜ਼ਿਆਦਾ ਜਾਗਰੂਕ ਕਿਉਂ ਨੇ? ਅੰਗਰੇਜ਼ੀ ਦੇ ਜਿਹੜੇ ਅਧਿਆਪਕ ਹੈਗੇ ਨੇ ਉਹ ਹਰ ਵੇਲੇ ਆਪਣੇ ਕੋਲ ਜੇਬ ਦੇ ਵਿੱਚ ਜਾਂ ਬੈਗ ਦੇ ਵਿੱਚ ਇੱਕ ਡਿਕਸ਼ਨਰੀ ਰੱਖਦੇ ਨੇ ਆਕਸਫੋਰਡ ਨਾਮ ਦੀ। ਪਰ ਸਾਡੇ ਪੰਜਾਬੀ ਦੇ ਅਧਿਆਪਕ ਕਹਿੰਦੇ ਨੇ ਵੀ ਪੰਜਾਬੀ ਹੋਈ ਹੈ, ਕੋਈ ਵੀ ਪੜ੍ਹਾ ਲੂਗਾ, ਤੇ ਪੰਜਾਬੀ ਭਾਸ਼ਾ ਵਾਲੇ ਡਿਕਸ਼ਨਰੀ ਵਰਤਦੇ ਹੀ ਨਹੀਂ ਹੈਗੇ। ਤੇ ਜਿੰਨੀਆਂ ਵੀ ਪੰਜਾਬੀ ਦੇ ਵਿੱਚ ਸਾਡੇ ਕੋਲ ਤਰਮੀਮਾਂ ਹੋਈਆਂ ਉਸ ਡਿਕਸ਼ਨਰੀ ਦੇ ਵਿੱਚ ਮੌਜੂਦ ਨੇ। ਜਦੋਂ ਵੀ ਮੈਂ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਮੈਂ ਟੀਚਰਾਂ ਨੂੰ ਜਾਂ ਸਟੂਡੈਂਟਸ ਨੂੰ ਪੜ੍ਹਾਉਣ ਜਾਂਦੀ ਹਾਂ ਤਾਂ ਮੈਂ ਉਹਨਾਂ ਨੂੰ ਇੱਕ ਸਲਾਹ ਦਿੰਦੀ ਹਾਂ ਕਿ ਵੀ ਤੁਸੀਂ ਇਹ ਜਿਹੜੀ ਡਿਕਸ਼ਨਰੀ ਹੈਗੀ ਇਹਨੂੰ ਫੋਲੋ ਕਰੋ, ਇਹਦੇ ਵਿੱਚ ਬਹੁਤ ਕੁਛ ਦਿੱਤਾ ਹੋਇਆ। ਸਭ ਤੋਂ ਬਾਅਦ ਮੈਨੂੰ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ ਕਿ ਵੀ ਜਦੋਂ ਵੀ ਅਸੀਂ ਇੱਕ ਜਿਹੜਾ ਅਧਿਆਪਕ ਕਹਿ ਲਓ ਬੱਚਿਆਂ ਨਾਲ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਉਚਾਰਨ, ਲਿਖਾਵਟ, ਬਣਾਵਟ ਸਹੀ ਨਹੀਂ ਹੁੰਦੀ। ਸਾਡੇ ਅੰਗਰੇਜ਼ੀ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਹੈਗੀ ਆਪਣੀ ਅਪਡੇਸ਼ਨ ਕਿਉਂ ਹੈਗੀ, ਅਪਡੇਟ ਕਿਉਂ? ਮੈਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਜਦੋਂ ਪਹਿਲਾਂ ਅਸੀਂ ABC ਤੋਂ ਪੜ੍ਹਦੇ ਸੀਗੇ, ਫਿਰ ਅਸੀਂ ਅੰਗਰੇਜ਼ੀ ਜਿਹੜੀ ਹੈ ਫੋਨੈਟਿਕਸ ਸ਼ੁਰੂ ਹੋਏ ਜਦੋਂ ਉਹ C ਤੋਂ ਸ਼ੁਰੂ ਕਰਤਾ, CE, ਹੈ ਨਾ। ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ, ਹਾਹੇ ਤੋਂ ਸ਼ੁਰੂ ਕਰਦੇ ਹਾਂ ਅਸੀਂ ਜਦੋਂ ਅਸੀਂ ਲਿਖਤੀ ਸ਼ੁਰੂ ਕਰਦੇ ਹਾਂ ਉਹਨੂੰ, ਹਾ, ਫਿਰ ਰਾਰਾ, ਫਿਰ ਗੱਗਾ, ਸੇਮ ਲੈਟਰ ਦੇ ਸ਼ਬਦ ਨੇ ਜਿਹੜੇ। ਪਰ ਜਦੋਂ ਪੜ੍ਹਾਉਂਦੇ ਹਾਂ ਤਾਂ ਅਸੀਂ ਊੜੇ ਆੜੇ ਤੋਂ ਪੜ੍ਹਾਉਂਦੇ ਹਾਂ ਤੇ ਕਈ ਸਕੂਲਾਂ ਦੇ ਵਿੱਚ ਹੱਲੇ ਵੀ ਊੜੇ ਆੜੇ ਤੋਂ ਹੀ ਅਸੀਂ ਉਹਨੂੰ ਲਿਖਤੀ ਭਾਸ਼ਾ ਚਲਾਉਂਦੇ ਹਾਂ। ਜਦੋਂ ਬੱਚਾ ਪੜ੍ਹਨਾ ਸ਼ੁਰੂ ਕਰਦਾ ਤਾਂ ਉਹਨੂੰ ਅਸੀਂ ਊੜੇ ਆੜੇ ਤੋਂ ਕਿਉਂ ਸ਼ੁਰੂ ਕਰਦੇ ਹਾਂ? ਉਹਨੂੰ ਸਾਨੂੰ ਸੌਖੇ ਲਫ਼ਜ਼ ਤੋਂ ਸ਼ੁਰੂ ਕਰਨਾ ਚਾਹੀਦਾ ਨਾ। ਤੇ ਜਦੋਂ ਵੀ ਕਿਤੇ ਵੀ ਲੈਕਚਰ ਦਿੱਤਾ ਜਾਂਦਾ ਤਾਂ ਜਦੋਂ ਕਿਸੇ ਟੀਚਰਾਂ ਦਾ ਡੈਮੋ ਲਿਆ ਜਾਂਦਾ ਤਾਂ ਉਹ ਕੀ ਕਰਦੇ ਨੇ ਕਿ ਵੀ ਜਿਹੜਾ ਵਿਸ਼ਾ ਹੈਗਾ ਉਹ ਤਾਂ ਬਹੁਤ ਔਖਾ ਲੈ ਲੈਂਦੇ ਨੇ, ਪਰ ਵਿਸ਼ੇ ਦੇ ਵਿੱਚ ਉਹ ਵਰਤਦੇ ਨੇ ਸ਼ਬਦ ਸਟੋਰੀ, ਗਾਰਡਨ, ਪਾਰਕ, ਠੀਕ ਹੈ, ਇਹ ਸ਼ਬਦਾਂ ਨੂੰ ਵਰਤਦੇ ਨੇ। ਤੇ ਇਹਦੇ ਵਿੱਚ ਸਾਨੂੰ ਚਲੋ ਇਹ ਤਾਂ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਗੱਲ ਹੋ ਗਈ ਹੈ ਨਾ, ਇਹ ਤਾਂ ਲੰਬਾ ਬਹੁਤ ਵਿਸ਼ਾ ਹੈਗਾ ਇਹ। ਜਿਹੜੀ ਪੰਜਾਬੀ ਸਾਡੀ ਭਾਸ਼ਾ ਹੈਗੀ ਉਹ ਦੋ ਤਰ੍ਹਾਂ ਦੀ ਭਾਸ਼ਾ, ਇੱਕ ਲਿਖਤੀ ਭਾਸ਼ਾ, ਇੱਕ ਬੋਲਚਾਲ ਦੀ ਭਾਸ਼ਾ। ਤੇ ਹੋਰ ਕਿਹੜੀ ਤਰ੍ਹਾਂ ਦੀ ਭਾਸ਼ਾ ਹੋ ਸਕਦੀ ਹੈ? ਗੁਪਤ ਭਾਸ਼ਾ, ਟਕਸਾਲੀ ਭਾਸ਼ਾ। ਗੁਪਤ ਭਾਸ਼ਾ ਕਿਹੜੀ ਹੁੰਦੀ ਹੈ? ਗੁਪਤ ਭਾਸ਼ਾ ਹੁੰਦੀ ਹੈ ਕਿ ਜਿਹੜੀ ਕਿ ਅਸੀਂ ਸਾਡੇ ਜਾਸੂਸ ਨੇ ਜਿਹੜੇ ਕਿਸੇ ਵੀ ਜਗ੍ਹਾ ਦੇ ਉਹ ਵਰਤਦੇ ਹੈ, ਜਾਂ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਵੀ ਸਾਡੇ ਆਰਮੀ ਆਫਿਸਰਸ ਨੇ ਜਦੋਂ ਕਿਸੇ ਮਿਸ਼ਨ ਤੇ ਜਾਂਦੇ ਨੇ ਉਹ ਵਰਤਦੇ ਹੈ। ਇਹ ਸਾਰੀ ਹੋ ਗਈ ਗੁਪਤ ਭਾਸ਼ਾ। ਲਿਖਤੀ ਭਾਸ਼ਾ ਜਿਹੜੀ ਅਸੀਂ ਕਿ ਆਮ ਅਸੀਂ ਵਰਤਦੇ ਹਾਂ, ਲਿਖਣ ਦੇ ਵਿੱਚ ਵਰਤਦੇ ਹਾਂ। ਬੋਲਚਾਲ ਦੀ ਭਾਸ਼ਾ ਜਿਹੜੀ ਕਿ ਅਸੀਂ ਆਮ ਤਰੀਕੇ ਨਾਲ ਬੋਲਦੇ ਹਾਂ। ਬੋਲਚਾਲ ਦੀ ਭਾਸ਼ਾ ਵੀ ਕਈ ਤਰ੍ਹਾਂ ਦੀ ਹੈ ਕਿਉਂਕਿ ਸਾਡੇ ਜਿਹੜਾ ਪੰਜਾਬ ਹੈਗਾ ਸਾਡਾ ਕਈ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, ਜਿਹੜਾ ਸਾਡੇ ਜ਼ੋਨਸ ਦੇ ਵਿੱਚ ਵੰਡਿਆ ਹੋਇਆ, ਮਾਝਾ, ਮਾਲਵਾ, ਦੁਆਬਾ, ਹੈ ਨਾ। ਤੇ ਮੈਂ ਆਪਣਾ ਇੱਕ ਛੋਟਾ ਜਿਹਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰੂੰਗੀ ਤੁਹਾਡੇ ਨਾਲ। ਇੱਕ ਵਾਰੀ 3-4 ਸਾਲ ਲਈ ਮੈਂ ਆਪਣੇ ਪਿੰਡ ਰਹਿਣ ਚਲੀ ਗਈ, ਨਾਨਕੇ ਪਿੰਡ ਖੰਨੇ ਦੇ ਕੋਲ ਮੇਰਾ ਨਾਨਕਾ ਪਿੰਡ ਹੈ। ਤੇ ਉੱਥੇ ਪਿੰਡ ਰਹਿਣ ਦੇ ਨਾਲ ਮੇਰੀ ਭਾਸ਼ਾ ਦੇ ਵਿੱਚ ਉੱਥੋਂ ਦੀ ਜਿਹੜੀ ਹੈਗੀ ਸੀ, ਉੱਥੋਂ ਦੀ ਭਾਸ਼ਾ ਸੀ ਕਿ ਉਹ ਲੋਕਲ ਭਾਸ਼ਾ ਕਹਿ ਲਈਏ ਜਾਂ ਉਪ ਬੋਲੀ ਸ਼ਾਮਲ ਹੋ ਗਈ। ਤੇ ਉਹ ਬੋਲਦੇ ਸੀ ਕੀ ਕਰਦੀ ਤੀ,
ਤੇ ਜਦੋਂ ਮੈਂ 3 ਸਾਲਾਂ ਬਾਅਦ ਵਾਪਸ ਆਈ ਤੇ ਪਾਪਾ ਮੇਰੇ ਫਾਦਰ ਮੇਰੇ ਪਟਿਆਲੇ ਤੋਂ ਕਿ ਮੈਨੂੰ ਕਹਿੰਦੇ ਤੂੰ ਕਿੱਦਾਂ ਬੋਲਣ ਲੱਗੀ ਪੇਂਡੂਆਂ ਜਿਹਾ ਵਾਂਗੂ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹ ਉੱਥੇ ਵਰਤਦੇ ਨੇ ਇਹ ਭਾਸ਼ਾ ਹੈ ਨਾ, ਕਰਦਾ ਤੀ। ਮੈਂ ਕਹਿਣ ਲੱਗੀ ਕੀ ਕਰਦੀ ਤੀ, ਕੀ ਕਰਦੀ ਐ, ਹੋਰ ਤਰ੍ਹਾਂ ਬੋਲਣ ਲੱਗੀ। ਤੇ ਜਦੋਂ ਇਹ ਭਾਸ਼ਾ, ਇਹ ਸਾਡੀ ਪੇਂਡੂ ਭਾਸ਼ਾ ਨਹੀਂ ਹੈਗੀ। ਪੰਜਾਬੀ ਭਾਸ਼ਾ ਨੂੰ ਇਸ ਵੇਲੇ ਸਾਡੀ ਤਰਾਸਦੀ ਇਹ ਹੈ ਕਿ ਵੀ ਲੋਕ ਇਸ ਨੂੰ ਇੱਕ ਪੇਂਡੂਆਂ ਦੀ ਭਾਸ਼ਾ ਵਰਤਦੇ ਨੇ। 4-5 ਸਾਲ ਪਹਿਲਾਂ ਮੈਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਬੋਲਣੀ, ਤੇ ਵੀ ਮੈਂ ਵੀ ਉਹਨਾਂ ਲੋਕਾਂ 'ਚ ਸ਼ਾਮਲ ਹੋ ਗਈ ਹਾਂ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਜ਼ਿਆਦਾ ਮਤਲਬ ਕਹਿੰਦੇ ਨੇ ਵੀ ਗਵਾਰ ਕਿਸਮ ਦੇ ਲੋਕਾਂ ਮੰਨੇ ਜਾਂਦੇ ਨੇ। ਪਰ ਹੁਣ ਮੈਨੂੰ ਮਾਣ ਹੈ ਕਿਉਂਕਿ ਪੰਜਾਬੀ ਭਾਸ਼ਾ ਸਾਡੀ ਬਹੁਤ UPSC ਦੇ ਤੁਹਾਡੇ PCS ਦੇ ਐਗਜ਼ਾਮਸ ਦੇ ਵਿੱਚ ਬਹੁਤ ਵਧੀਆ ਇੱਕ ਇਹੋ ਜਿਹਾ ਪੇਪਰ ਹੈ ਜਿਹੜਾ ਕਿ ਅਸੀਂ ਬੜੇ ਆਸਾਨੀ ਦੇ ਨਾਲ ਉਹਨੂੰ ਅਸੀਂ ਪਾਸ ਕਰ ਸਕਦੇ ਹਾਂ। ਕਿਵੇਂ? ਹੁਣ ਤੁਸੀਂ ਪੁੱਛੋਗੇ ਕਿਵੇਂ? ਪੰਜਾਬੀ ਭਾਸ਼ਾ ਪਹਿਲੀ ਗੱਲ ਤਾਂ ਹੈਗੀ ਹੈ ਕਿ ਸਾਡੀ ਆਪਣੀ ਭਾਸ਼ਾ, ਅਸੀਂ ਆਰਾਮ ਨਾਲ ਉਹਦੇ ਵਿੱਚ ਹਰ ਇੱਕ ਚੀਜ਼ ਨੂੰ ਵਰਤ ਸਕਦੇ ਹਾਂ। ਬਸ ਜਿਵੇਂ ਆਇਲਸ ਦੇ ਪੇਪਰ ਦੇ ਵਿੱਚ ਇਦਾਂ ਹੁੰਦਾ ਹੈ ਕਿ ਰਾਈਟਿੰਗ ਦੇ ਪੇਪਰ ਦੇ ਵਿੱਚ ਜਾਂ ਸਪੀਕਿੰਗ ਦੇ ਪੇਪਰ ਦੇ ਵਿੱਚ ਤੁਸੀਂ ਵੋਕੈਬਲਰੀ ਵਧੀਆ ਤੋਂ ਵਧੀਆ ਵਰਤਣੀ ਹੁੰਦੀ ਹੈ। ਬਸ ਕੁਝ ਕੁ ਲਫ਼ਜ਼ ਹੁੰਦੇ ਨੇ, ਕੁਝ ਕੁ ਸ਼ਬਦਾਵਲੀ ਹੈ ਜਿਹੜੀ ਤੁਸੀਂ ਉਹ ਭਾਰੀ ਕਰਨੀ ਹੁੰਦੀ ਹੈ, ਉਹਦੇ ਨਾਲ ਤੁਹਾਡੇ ਨੰਬਰ ਆਉਣਗੇ। ਤੇ ਮੈਂ ਉਮੀਦ ਕਰਦੀ ਹਾਂ ਕਿ ਵੀ ਤੁਸੀਂ ਪੰਜਾਬੀ ਨੂੰ ਇੱਕ ਵਿਸ਼ੇ ਦੇ ਤੌਰ ਦੇ ਉੱਤੇ ਸਵੀਕਾਰ ਕਰੋਗੇ ਤਾਂ ਕਿ ਅਸੀਂ ਜਿਹੜੀ ਅਸੀਂ ਆਪਣਾ UPSC ਦਾ ਜਾਂ PCS ਦਾ ਜਿਹੜੇ ਵੀ ਐਗਜ਼ਾਮਸ ਹੈਗੇ ਨੇ ਉਹਨਾਂ ਨੂੰ ਤੁਸੀਂ ਵਧੀਆ ਅੰਕਾਂ ਦੇ ਵਿੱਚ ਪਾਸ ਕਰ ਸਕੋ ਤੇ ਵਧੀਆ ਅਫਸਰ ਬਣ ਸਕੋ। ਇੱਕ ਹੋੜ ਬਣੀ ਹੋਈ ਹੈ ਇਸ ਵੇਲੇ ਆਇਲਸ ਦਾ ਪੇਪਰ ਦੇ ਕੇ ਬਾਹਰ ਜਾਣ ਦੀ। ਸਾਡਾ ਮਿਸ਼ਨ ਹੈ ਕਿ ਵੀ ਅਸੀਂ ਬੱਚਿਆਂ ਨੂੰ UPSC ਕਿਉਂ ਨਹੀਂ ਕਰਦੇ ਤੁਸੀਂ ਲੋਕ, ਇਹ ਇਮਤਿਹਾਨ ਦਿਓ, ਪੜ੍ਹੋ। ਆਇਲਸ ਪੇਪਰ ਦੇਣ ਲਈ ਤਾਂ ਅਸੀਂ ਇੰਨੇ ਬੈਡ ਲੈ ਲੈਂਦੇ ਹਾਂ, ਇੰਨੀਆਂ ਫੀਸਾਂ ਭਰਦੇ ਹਾਂ ਤੇ ਬਾਹਰ ਜਾਂਦੇ ਹਾਂ। ਕਿਉਂ ਨਾ ਅਸੀਂ ਇੱਥੇ ਰਹਿ ਕੇ ਵਧੀਆ ਤੋਂ ਵਧੀਆ ਆਪਣੇ ਪੇਪਰ ਇਹ ਵਾਲੇ ਅਫਸਰ ਬਣ ਕੇ, ਹੈ ਨਾ। ਉੱਥੇ ਬਾਹਰ ਜਾ ਕੇ ਵੀ ਤਾਂ ਆਪਾਂ ਕੀ ਕਰਦੇ ਹਾਂ, ਬਾਹਰ ਜਾ ਕੇ ਤਾਂ ਅਸੀਂ ਭਾਂਡੇ ਧੋਣ ਨੂੰ ਵੀ, ਹਰ ਇੱਕ ਚੀਜ਼ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦੇ ਹਾਂ ਕਿ ਵੀ ਉੱਥੇ ਸਾਨੂੰ ਜਿਹੜਾ ਵੀ ਕੰਮ ਮਿਲੂਗਾ ਅਸੀਂ ਉਹ ਕਰ ਲਾਂਗੇ। ਪਰ ਕਿਉਂ ਅਸੀਂ ਇੱਥੇ ਵੀ ਇਮਤਿਹਾਨ ਦੇ ਕੇ, ਮਿਹਨਤ ਕਰਕੇ ਇਮਤਿਹਾਨ ਦੇ ਕੇ ਵਧੀਆ ਅੰਕ ਲੈ ਕੇ ਵਧੀਆ ਅਫਸਰ ਦੀ ਕੁਰਸੀ ਦੇ ਉੱਤੇ ਬੈਠ ਕੇ ਆਪਾਂ ਇੱਕ ਆਪਣੇ ਸਮਾਜ ਦੀ, ਆਪਣੇ ਪੰਜਾਬ ਦੀ ਸੇਵਾ ਕਰਨੀ ਚਾਹੀਦੀ ਹੈ ਸਾਨੂੰ। ਮੇਰੇ ਹਿਸਾਬ ਨਾਲ ਮੈਨੂੰ ਤਾਂ ਇਹ ਮੌਕਾ ਨਹੀਂ ਮਿਲਿਆ ਹੈਗਾ। ਮੈਂ ਚਾਹੁੰਦੀ ਹਾਂ ਕਿ ਵੀ ਤੁਸੀਂ ਸਾਰੇ ਜਣੇ ਇਹ ਮੌਕਾ ਲਓ ਕਿਉਂਕਿ ਮੇਰਾ ਪੰਜਾਬੀ ਵਿਸ਼ਾ ਬਹੁਤ ਵਧੀਆ ਸੀ। ਮੈਨੂੰ ਮਾਣ ਹੈ ਪੰਜਾਬੀ ਹੋਣ ਦੇ ਉੱਤੇ ਤੇ ਮੈਂ ਉਮੀਦ ਕਰਦੀ ਹਾਂ ਆਪਣੇ ਸਾਰੇ ਵਿਦਿਆਰਥੀਆਂ ਤੋਂ ਕਿ ਇੱਕ ਵਧੀਆ ਤਰੀਕੇ ਨਾਲ ਅਸੀਂ ਆਪਣਾ ਪੰਜਾਬੀ ਦਾ ਵਿਸ਼ਾ ਪੜ੍ਹੀਏ, ਜਿਹੜਾ ਸਿਖਾਲਾ ਵੀ ਹੈ, ਔਰ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਵਿਆਖਿਆਤਮਕ ਵਿਧੀ ਦੇ ਨਾਲ ਅਸੀਂ ਉਹ ਵਿਆਖਿਆ ਕਰ ਸਕਦੇ ਹਾਂ। ਤੇ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।